फिर सरकार माने की बोलते हो? सरकार को मानना पड़ेगा। सरकार कोई नहीं मानती। सरकारें जो होती हैं, सरकारें लोगों को दबाने के लिए होती हैं। अगर लोग उठ पड़ते हैं तो मांग मना लेते हैं, नहीं तो अंदर बढ़कर रो लेते हैं। और ये आंदोलन अब केवल यहाँ पर नहीं है, पटना में भी हो चुका है, हैदराबाद में आज हुआ है, बड़ी गैदरिंग हुई है, इधर तमिलनाडु में हो रहा है। ये पूरे देश में ये आंदोलन हो रहा है। इसका दबाव सरकार स्वीकार कर चुकी है और इसीलिए सरकार अब आहिस्ता आहिस्ता कदम दर कदम पीछे हटनी शुरू हुई है। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਕਾਨੂੰਨਾਂ ਖਿਲਾਫ ਜਿੱਥੇ ਵੱਖ-ਵੱਖ ਸੂਬਿਆਂ ਦੇ ਕਿਸਾਨ ਅਤੇ ਵੱਖ-ਵੱਖ ਵਰਗਾਂ ਦੇ ਲੋਕ ਸਿਰਫ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰਾਂ ਤੇ ਡਟੇ ਹੋਏ ਨੇ, ਉੱਥੇ ਹੀ ਸਾਲ ਦੇ ਅਖੀਰ ਦੇ ਵਿੱਚ ਕਿਸਾਨਾਂ ਦੇ ਸੰਘਰਸ਼ ਦਾ ਮੁੱਲ ਪੈਂਦਾ ਨਜ਼ਰ ਆ ਰਿਹਾ ਹੈ। ਜੀ ਹਾਂ, ਕੱਲ ਕੇਂਦਰ ਅਤੇ ਕਿਸਾਨਾਂ ਵਿਚਾਲੇ ਜੋ 6ਵੇਂ ਗੇੜ ਦੀ ਮੀਟਿੰਗ ਹੋਈ ਹੈ, ਉਸ ਵਿੱਚ ਕੁਝ ਕੁ ਨਤੀਜਾ ਨਿਕਲਦਾ ਜ਼ਰੂਰ ਸਾਹਮਣੇ ਆਇਆ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ 2 ਮੰਗਾਂ ਮੰਨ ਲਈਆਂ ਨੇ, ਜਿਸ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਬਿਜਲੀ ਬਿੱਲ ਅਤੇ ਪਰਾਲੀ ਬਿੱਲ ਨੂੰ ਰੱਦ ਕਰਨ ਦੀ ਮੰਗ ਨੂੰ ਮੰਨ ਲਿਆ। ਇਸ ਦੌਰਾਨ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਵਾਪਸ ਘਰੇ ਭੇਜ ਦਿੱਤਾ ਜਾਵੇ। ਇਸ ਦੌਰਾਨ ਵਿਗਿਆਨ ਭਵਨ ਤੋਂ ਮੀਟਿੰਗ ਕਰਕੇ ਬਾਹਰ ਆਏ ਕਿਸਾਨਾਂ ਨੇ ਪੱਤਰਕਾਰਾਂ ਦੀ ਟੀਮ ਨਾਲ ਗੱਲਬਾਤ ਕਰਦਿਆਂ ਕੁਝ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਹੁਣ ਕੇਂਦਰ ਅਤੇ ਕਿਸਾਨਾਂ ਵਿਚਾਲੇ ਨਵੇਂ ਸਾਲ ਤੇ ਯਾਨੀ ਕਿ 4 जनवरी 2021 ਨੂੰ ਗੱਲਬਾਤ ਹੋਵੇਗੀ। देखो ਅੱਜ ਮੀਟਿੰਗ ਬਹੁਤ ਵਧੀਆ ਮਾਹੌਲ 'ਚ ਹੋਈ ਹੈ ਔਰ ਜਿਹੜੇ ਬਿਜਲੀ ਦੇ ਸੰਬੰਧ ਵਿੱਚ ਉਹ 2020 ਸੋਧ ਬਿੱਲ ਲਿਆ ਰਹੇ ਸੀ ਉਹ ਨਹੀਂ ਲਿਆਉਣਗੇ, ਉਹ ਮੰਨ ਲਿਆ ਉਹਨਾਂ ਨੇ। ਤੇ ਜਿਹੜਾ ਪਰਾਲੀ ਦੇ ਸੰਬੰਧ 'ਚ ਬਣਿਆ ਕਾਨੂੰਨ ਹੈ ਉਹ ਉਹਨਾਂ ਨੇ ਰੱਦ ਕਰਨ ਦਾ ਐਲਾਨ ਕਰਤਾ ਤੇ ਜਿਹੜੇ 3 ਖੇਤੀ ਵਿਰੋਧੀ ਕਾਨੂੰਨ ਉਹ ਰੱਦ ਕਰਨ ਵਾਸਤੇ ਤੇ MSP ਪੂਰੇ ਭਾਰਤ 'ਚ ਕਾਨੂੰਨ ਦੇ ਤਹਿਤ ਲਾਗੂ ਕਰਾਉਣ ਵਾਸਤੇ ਉਹਨਾਂ ਨੇ ਜਿਹੜੀ ਆ 4 ਤਰੀਕ ਦੀ ਮੀਟਿੰਗ ਜਿਹੜੀ ਆ ਉਹ ਰੱਖਤੀ ਆ। ਇਸ ਕਰਕੇ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਵਧੀਆ ਮਾहौल 'ਚ ਹੋਈ। देखिए सरकार तो पहले जो कुछ करी, लेकिन ये तो हम लोगों की आवाज़ है उठा रहे हैं, हमारी अपनी कुछ नहीं है। लोगों की जो मांग है वो सरकार के आगे रख रहे हैं। जब लोग ये चाहते हैं, हम तो लोगों की बात कर रहे हैं, हम अपना कोई निजी थोड़ा है हमारा, इसलिए वो बात नहीं हो सकती। तो सरकार के सब कुछ चलता है, लेकिन ये तीनों खेती कानून रद्द और MSP जड़ी वो लागू करवा के। ਤੁਹਾਨੂੰ ਪਤਾ ਨਹੀਂ ਕੌਣ ਪੋਜ਼ਿਟਿਵ ਕਹਿ ਰਿਹਾ। ਸਰਕਾਰਾਂ ਕਦੇ ਪੋਜ਼ਿਟਿਵ ਨਹੀਂ ਹੁੰਦੀਆਂ, ਸਰਕਾਰਾਂ ਪ੍ਰੈਸ਼ਰ ਥੱਲੇ ਹੁੰਦੀਆਂ। ਇਹ ਕਿਸਾਨਾਂ ਦਾ ਤੇ ਲੋਕਾਂ ਦਾ ਅੰਦੋਲਨ ਆ ਜਿਹਦੇ ਪ੍ਰੈਸ਼ਰ ਥੱਲੇ ਸਰਕਾਰ ਨੇ ਮੰਗਾਂ 'ਚ ਮੰਨੀਆਂ ਸਾਡੀਆਂ। ਜੇ ਪੋਜ਼ਿਟਿਵ ਹੁੰਦੀ ਤਾਂ ਇਹ ਪੁੱਠਾ ਕੰਮ ਕਰਦੀ ਕਾਤੇ, ਜਾਂ ਪਹਿਲੇ ਕੋਲ ਦੇ 2-3 ਦਿਨ ਬਾਅਦ ਕਰਦੀ। ਸਾਡੇ ਵੀ 60 ਕਿਸਾਨ ਸ਼ਹੀਦ ਕਿਉਂ ਕਰਾਉਣੇ ਸੀ? ਇਹ ਉਹਨਾਂ ਨੇ ਦੇਖ ਲਿਆ ਵੀ ਇਹ ਕਿਸਾਨ ਮੁੜਨ ਵਾਲੇ ਨਹੀਂ। ਇਸ ਦੇ ਵਿੱਚ ਹੋਰ ਸ਼ਮੂਲੀਅਤ ਬਹੁਤ ਵੱਧ ਰਹੀ ਹੈ, ਖਪਤਕਾਰਾਂ ਦੀ ਬਹੁਤ ਵੱਧ ਰਹੀ ਹੈ, ਹਿੰਦੁਸਤਾਨ ਦੇ ਸਾਰੇ ਸੂਬਿਆਂ 'ਚ ਵੱਧ ਰਹੀ ਹੈ। ਕੱਲ੍ਹ ਪਟਨੇ 'ਚ ਬਹੁਤ ਵੱਡਾ ਮੁਜ਼ਾਹਰਾ ਹੋਇਆ, ਲਾਠੀਚਾਰਜ ਵੀ ਹੋਇਆ। ਅੱਜ हैदराबाद 'ਚ ਬਹੁਤ ਵੱਡਾ ਮੁਜ਼ਾਹਰਾ ਹੋ ਰਿਹਾ ਔਰ ਸਾਰੇ ਹਿੰਦੁਸਤਾਨ 'ਚ ਹੋ ਰਿਹਾ। ਕੱਲ੍ਹ ਨੂੰ ਕੇਰਲਾ ਦੀ ਅਸੈਂਬਲੀ ਨੇ ਰੱਦ ਕਰਨ ਦੇ ਵਾਸਤੇ ਸੈਸ਼ਨ ਸੱਦ ਲਿਆ। ਇਹ ਸਾਰੇ ਹਿੰਦੁਸਤਾਨ ਦੇ ਵਿੱਚ ਫੈਲ ਰਿਹਾ। ਸਰਕਾਰ ਅੰਡਰ ਪ੍ਰੈਸ਼ਰ ਸਾਡੀਆਂ ਅੱਜ ਗੱਲਾਂ ਮੰਨੀਆਂ। ਸਾਨੂੰ ਖੁਸ਼ੀ ਇਸ ਗੱਲ ਦੀ ਵੀ ਸਾਡੇ ਅੰਦੋਲਨ ਦੀ ਜਿੱਤ ਹੈ। ਫਿਰ सरकार माने की बोलते हो? सरकार को मानना पड़ेगा। सरकार कोई नहीं मानती। सरकारें जो होती हैं, सरकारें लोगों को दबाने के लिए होती हैं। अगर लोग उठ पड़ते हैं तो मांग मना लेते हैं, नहीं तो अंदर बढ़कर रो लेते हैं। हम रोते नहीं, हम सड़कों पर आ गए। पहले लोगों ने बड़ा कुछ सहन कर लिया, GST सहन कर लिया, ये क्या गैट्स क्या समझो, क्या GST कर लिया, किया है ना लोगों ने। लोगों को क्या फ़ायदा हुआ? स्टेट को क्या फ़ायदा हुआ GST का? संगी पकड़ी स्टेटों की, स्टेट के पास क्या है? म्यूनसिपैलिटी से भी कमज़ोर बन गया। नहीं क्यों बोला? अब हम बोले हैं तो लोग निकले हैं मैदान में। तो मैदान में निकलने का ये फ़ायदा हुआ कि सरकार को अंडर प्रेशर हमारी कुछ मांगें माननी पड़ी हैं। दूसरी मांगें बनाने के बाद हम जाने वाले नहीं हैं। उन्होंने ये बोला है कि कुछ हमारा भी रह जाए, जो बोलते हैं ना हमारा नक रह जाए, तो कुछ ऐसा सजेशन दो जो आपका भी भला हो जाए तो हमारा भी नक रह जाए। वो हम लीगल एक्सपर्ट से बात करेंगे। अगर कोई नुकसान होने के बगैर कोई भला हो सकता हो तो सोचेंगे। ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਅਤੇ ਕੇਂਦਰ ਵਿਚਾਲੇ ਨਵੇਂ ਸਾਲ ਦੀ ਪਹਿਲੀ ਬੈਠਕ ਯਾਨੀ ਕਿ 4 ਜਨਵਰੀ 2021 ਦੀ ਬੈਠਕ ਨੂੰ ਕੀ ਨਤੀਜਾ ਨਿਕਲੇਗਾ।